इस वीडियो ਵਿੱਚ ਅਸੀਂ ਨਾਗਰਿਕ ਸ਼ਾਸਤਰ ਦੇ ਲੈਸਨ 10 ਦੇ ਸ਼ੋਰਟ ਕੁਐਸਚਨ ਆਨਸਰ ਰੀਡ ਕਰਾਂਗੇ। ਪਹਿਲਾ ਕੁਐਸਚਨ ਹੈ, ਭਾਰਤ ਇੱਕ ਧਰਮ ਨਿਰਪੇਖ ਲੋਕਤੰਤਰੀ ਗਣਰਾਜ ਹੈ, ਵਿਆਖਿਆ ਕਰੋ। ਦੇਖੋ, ਸੰਵਿਧਾਨ ਰਾਹੀਂ ਭਾਰਤ ਵਿੱਚ ਇੱਕ ਧਰਮ ਨਿਰਪੇਖ ਲੋਕਤੰਤਰੀ ਗਣਰਾਜ ਦੀ ਸਥਾਪਨਾ ਕੀਤੀ ਗਈ ਹੈ। ਸੰਵਿਧਾਨ ਦੇ ਅਕੋਰਡਿੰਗ ਦੇਖੋ, ਭਾਰਤ ਵਿੱਚ ਇੱਕ ਧਰਮ ਨਿਰਪੇਖ ਅਤੇ ਲੋਕਤੰਤਰੀ ਗਣਰਾਜ ਦੀ ਸਥਾਪਨਾ ਕੀਤੀ ਗਈ ਹੈ। ਦੇਖੋ, ਧਰਮ ਨਿਰਪੇਖ ਰਾਜ ਤੋਂ ਭਾਵ ਸਭ ਧਰਮਾਂ ਦੀ ਸਮਾਨਤਾ ਅਤੇ ਸੁਤੰਤਰਤਾ ਤੋਂ ਹੈ। ਮਤਲਬ ਕਿ ਧਰਮ ਨਿਰਪੇਖ ਤੋਂ ਕੀ ਭਾਵ ਹੈ ਕਿ ਸਾਰੇ ਧਰਮ ਕੀ ਆ, ਸਮਾਨ ਹਨ ਅਤੇ ਸਾਰਿਆਂ ਨੂੰ ਸੁਤੰਤਰਤਾ ਦਾ ਅਧਿਕਾਰ ਹੈ। ਦੇਖੋ, ਅਜਿਹੇ ਰਾਜ ਵਿੱਚ ਰਾਜ ਦਾ ਆਪਣਾ ਕੋਈ ਖਾਸ ਧਰਮ ਨਹੀਂ ਹੁੰਦਾ। ਭਾਵ ਕਿ ਧਰਮ ਨਿਰਪੇਖ ਰਾਜ ਵਿੱਚ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ। ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਾਰੇ ਨਾਗਰਿਕ ਸਵੈ ਇੱਛਾ ਨਾਲ ਕੋਈ ਵੀ ਧਰਮ ਅਪਣਾਉਣ ਅਤੇ ਪੂਜਾ ਕਰਨ ਲਈ ਆਜ਼ਾਦ ਹੁੰਦੇ ਆ। ਮਤਲਬ ਕਿ ਧਰਮ ਨਿਰਪੇਖ ਰਾਜ ਵਿੱਚ ਦੇਸ਼ ਦੇ ਸਾਰੇ ਨਾਗਰਿਕ ਆ ਸਵੈ ਇੱਛਾ ਭਾਵ ਕਿ ਆਪਣੀ ਇੱਛਾ ਨਾਲ ਕੋਈ ਵੀ ਧਰਮ ਅਪਣਾ ਸਕਦੇ ਆ ਅਤੇ ਪੂਜਾ ਪਾਠ ਕਰਨ ਲਈ ਵੀ ਆਜ਼ਾਦ ਹੁੰਦੇ ਹਾਂ। ਮਤਲਬ ਕਿ ਧਰਮ ਨਿਰਪੇਖ ਰਾਜ ਤੋਂ ਭਾਵ ਹੈ ਕਿ ਉਸ ਰਾਜ ਵਿੱਚ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਹੁੰਦੀ ਹੈ। ਅੱਗੇ ਨੈਕਸਟ ਹੈ, ਦੇਖੋ ਲੋਕਤੰਤਰੀ ਰਾਜ। ਦੇਖੋ, ਲੋਕਤੰਤਰੀ ਰਾਜ ਤੋਂ ਭਾਵ ਹੈ ਕਿ ਸਾਰੇ ਨਾਗਰਿਕ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਹਾਸਲ ਹੁੰਦੇ ਹਨ ਅਤੇ ਨਾਗਰਿਕਾਂ ਰਾਹੀਂ ਚੁਣੇ ਗਏ ਪ੍ਰਤੀਨਿਧੀ ਦੇਸ਼ ਦਾ ਸ਼ਾਸਨ ਚਲਾਉਂਦੇ ਹਨ। ਮਤਲਬ ਕਿ ਜਿਹੜੇ ਲੋਕਤੰਤਰੀ ਰਾਜ ਹੁੰਦਾ ਵਾ ਉਸ ਵਿੱਚ ਸਾਰੇ ਨਾਗਰਿਕਾਂ ਨੂੰ ਕੀ ਹੁੰਦਾ ਵਾ ਕਿ ਬਰਾਬਰ ਰਾਜਨੀਤਿਕ ਅਧਿਕਾਰ ਮਿਲੇ ਹੁੰਦੇ ਹਨ ਅਤੇ ਉਹਨਾਂ ਦੁਆਰਾ ਚੁਣੇ ਹੋਏ ਪ੍ਰਤੀਨਿਧੀ ਹੀ ਦੇਸ਼ ਦਾ ਸ਼ਾਸਨ ਚਲਾਉਂਦੇ ਹਨ। ਅੱਗੇ ਦੇਖੋ, ਗਣਰਾਜ ਤੋਂ ਭਾਵ ਗਣਰਾਜ ਕੀ ਹੁੰਦਾ ਹੈ। ਮਤਲਬ ਗਣਰਾਜ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਦਾ ਰਾਜ। ਦੇਖੋ, ਗਣਰਾਜ ਤੋਂ ਭਾਵ ਇਹ ਹੈ ਕਿ ਰਾਜ ਦਾ ਮੁਖੀ ਕੋਈ ਬਾਦਸ਼ਾਹ ਨਹੀਂ ਹੁੰਦਾ। ਮਤਲਬ ਕਿ ਜਿਹੜਾ ਰਾਜ ਦਾ ਮੁਖੀ ਹੁੰਦਾ ਵਾ ਕੋਈ ਬਾਦਸ਼ਾਹ ਨਹੀਂ ਹੁੰਦਾ। ਉਹ ਚੋਣਾਂ ਰਾਹੀਂ ਇੱਕ ਨਿਸ਼ਚਿਤ ਸਮੇਂ ਲਈ ਅਪ੍ਰਤੱਖ ਤੌਰ 'ਤੇ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ। ਕਹਿਣ ਦਾ ਭਾਵ ਕਿ ਜਿਹੜਾ ਰਾਜ ਦਾ ਮੁਖੀ ਹੋਵੇਗਾ ਉਹ ਸਿਰਫ ਨਿਸ਼ਚਿਤ ਸਮੇਂ ਲਈ ਹੀ ਚੋਣਾਂ ਰਾਹੀਂ ਚੁਣਿਆ ਹੋਇਆ ਇੱਕ ਰਾਸ਼ਟਰਪਤੀ ਹੋਵੇਗਾ। ਮਤਲਬ ਕਿ ਪੱਕੇ ਤੌਰ 'ਤੇ ਉਹ ਰਾਜ ਦਾ ਬਾਦਸ਼ਾਹ ਨਹੀਂ ਹੋਵੇਗਾ। ਉਹ ਸਿਰਫ ਚੋਣਾਂ ਰਾਹੀਂ ਇੱਕ ਨਿਸ਼ਚਿਤ ਸਮੇਂ ਲਈ ਅਪ੍ਰਤੱਖ ਤੌਰ 'ਤੇ ਚੁਣਿਆ ਹੋਇਆ ਰਾਸ਼ਟਰਪਤੀ ਹੀ ਹੋਵੇਗਾ। ਇਸ ਨੂੰ ਅਸੀਂ ਗਣਰਾਜ ਕਹਿੰਦੇ ਹਾਂ। ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਵੀ ਹੈ, ਲੋਕਤੰਤਰੀ ਦੇਸ਼ ਵੀ ਹੈ ਅਤੇ ਗਣਰਾਜ ਵੀ ਹੈ। ਅੱਗੇ ਨੈਕਸਟ ਕੁਐਸਚਨ ਹੈ, ਪ੍ਰਸਤਾਵਨਾ ਵਿੱਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਣਨ ਕਰੋ। ਸਾਡੇ ਜਿਹੜੇ ਸੰਵਿਧਾਨ ਦੀ ਪ੍ਰਸਤਾਵਨਾ ਹੈ, ਜਿਸ ਨੂੰ ਭੂਮਿਕਾ ਵੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਕੀ ਕੀ ਉਦੇਸ਼ ਦਰਸਾਏ ਗਏ ਹਨ ਉਸ ਦਾ ਹੀ ਸੰਖੇਪ ਵਰਣਨ ਕਰਾਂਗੇ। ਦੇਖੋ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਸਰੂਪ ਅਤੇ ਇਸ ਦੇ ਬੁਨਿਆਦੀ ਉਦੇਸ਼ਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਜਿਹੜੀ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਹੈ ਉਹਦੇ ਵਿੱਚ ਜਿਹੜਾ ਭਾਰਤੀ ਸ਼ਾਸਨ ਪ੍ਰਣਾਲੀ ਦਾ ਕੀ ਸਰੂਪ ਹੈ ਅਤੇ ਉਸ ਦੇ ਕੀ ਬੁਨਿਆਦੀ ਉਦੇਸ਼ ਹੈ ਉਸ ਨੂੰ ਨਿਰਧਾਰਿਤ ਕੀਤਾ ਗਿਆ ਹੈ। ਮਤਲਬ ਕਿ ਪ੍ਰਸਤਾਵਨਾ ਦੇ ਵਿੱਚ ਹੀ ਉਸ ਦੇ ਸਰੂਪ ਅਤੇ ਉਦੇਸ਼ ਨਿਰਧਾਰਿਤ ਕੀਤੇ ਗਏ ਹਨ। ਦੇਖੋ, ਉਦੇਸ਼ ਹੇਠ ਲਿਖੇ ਹਨ। ਪਹਿਲਾ ਹੈ, ਦੇਖੋ, ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਹੋਵੇਗਾ। ਦੇਖੋ, ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਮਤਲਬ ਹੈ ਕਿ ਰਾਜ ਜਿਹੜਾ ਹੈਗਾ ਵਾ ਸਾਡਾ ਅੰਦਰੂਨੀ ਅਤੇ ਬਾਹਰੀ ਰੂਪ ਤੋਂ ਸੁਤੰਤਰ ਹੋਵੇਗਾ। ਇਹ ਦੇਖੋ, ਸਮਾਜਵਾਦ ਰਾਜ ਤੋਂ ਭਾਵ ਕਿ ਅਜਿਹੇ ਰਾਜ ਤੋਂ ਹੈ ਕਿ ਜਿਸ ਵਿੱਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਸਮਾਨਤਾ ਹਾਸਲ ਹੋਵੇ। ਇਸ ਨੂੰ ਆਪਾਂ ਸਮਾਜਵਾਦੀ ਰਾਜ ਕਹਿੰਦੇ ਹਾਂ। ਅੱਗੇ ਦੇਖੋ, ਧਰਮ ਨਿਰਪੇਖ ਬਾਰੇ ਆਪਾਂ ਪਹਿਲਾਂ ਹੀ ਪੜ੍ਹਿਆ ਕਿ ਜਿਸ ਵਿੱਚ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਅਤੇ ਧਰਮ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। ਉਸ ਤੋਂ ਬਾਅਦ ਦੇਖੋ, ਲੋਕਤੰਤਰੀ ਗਣਰਾਜ ਮਤਲਬ ਕਿ ਰਾਜ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਨ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਣਗੇ। ਇਸ ਤਰ੍ਹਾਂ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਹੋਵੇਗਾ। ਇਸ ਦਾ ਦੂਸਰਾ ਪੁਆਇੰਟ ਹੈ, ਸਭ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ।
ਭਾਵ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਬਰਾਬਰ ਸਮਝਿਆ ਜਾਵੇਗਾ। ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਇਹ ਤੀਸਰਾ ਪੁਆਇੰਟ ਹੈ, ਨਾਗਰਿਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਆਜ਼ਾਦੀ ਹੋਵੇਗੀ। ਮਤਲਬ ਕਿ ਨਾਗਰਿਕਾਂ ਨੂੰ ਆਪਣੇ ਜਿਹੜੇ ਵਿਚਾਰ ਪੇਸ਼ ਕਰਨ ਦੀ, ਆਪਣੇ ਕੋਈ ਵੀ ਧਰਮ ਅਪਣਾਉਣ ਦੀ ਅਤੇ ਪੂਜਾ ਕਰਨ ਦੀ ਆਜ਼ਾਦੀ ਹੋਵੇਗੀ। ਅੱਗੇ ਦੇਖੋ ਚੌਥਾ ਪੁਆਇੰਟ, ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਸਮਝੇ ਜਾਣਗੇ। ਮਤਲਬ ਕਿ ਦੇਸ਼ ਦੇ ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਹੋਣਗੇ। ਕਿਸੇ ਨਾਲ ਵੀ ਧਰਮ, ਜਾਤੀ, ਲਿੰਗ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਪੰਜਵਾਂ ਪੁਆਇੰਟ ਹੈ, ਲੋਕਾਂ ਵਿੱਚ ਭਰਾਤਰੀ ਭਾਵ ਦੀ ਭਾਵਨਾ ਨੂੰ ਵਧਾਇਆ ਜਾਵੇ। ਭਰਾਤਰੀ ਤੋਂ ਭਾਵ ਕਿ ਭਾਈਚਾਰੇ ਦੀ ਭਾਵਨਾ ਨੂੰ ਵਧਾਇਆ ਜਾਵੇ ਤਾਂ ਕਿ ਵਿਅਕਤੀ ਦਾ ਗੌਰਵ ਵਧੇ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਲ ਮਿਲੇ। ਜੇ ਦੇਸ਼ ਵਿੱਚ ਭਰਾਤਰੀ ਭਾਵ ਦੀ ਭਾਵਨਾ ਹੋਊਗੀ, ਮਤਲਬ ਕਿ ਦੇਸ਼ ਦੇ ਵਿੱਚ ਭਾਈਚਾਰਾ ਹੋਊਗਾ, ਤਾਂ ਦੇਸ਼ ਦੀ ਜਿਹੜੀ ਏਕਤਾ ਵਾ ਅਤੇ ਅਖੰਡਤਾ ਵਾ ਉਸ ਨੂੰ ਵੀ ਬਲ ਮਿਲਦਾ, ਮਤਲਬ ਕਿ ਉਹ ਵੀ ਮਜ਼ਬੂਤ ਹੋਵੇਗੀ। ਇਸ ਲਈ ਦੇਸ਼ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਵਧਾਇਆ ਜਾਵੇ। ਇਸ ਤਰ੍ਹਾਂ ਅਸੀਂ ਦੇਖਿਆ ਕਿ ਜਿਹੜੀ ਸੰਵਿਧਾਨ ਦੀ ਪ੍ਰਸਤਾਵਨਾ ਹੈ, ਇਹ ਸੰਵਿਧਾਨ ਦੇ ਉਦੇਸ਼ਾਂ ਅਤੇ ਸਰੂਪ ਨੂੰ ਨਿਰਧਾਰਿਤ ਕਰਦੀ ਹੈ। ਅੱਗੇ ਨੈਕਸਟ ਆਪਾਂ ਸਮਾਨਤਾ ਦੇ ਅਧਿਕਾਰ ਬਾਰੇ ਪੜ੍ਹਾਂਗੇ। ਉਹ ਸਮਾਨਤਾ ਦਾ ਅਧਿਕਾਰ ਕੀ ਹੁੰਦਾ ਹੈ? ਭਾਰਤੀ ਸਮਾਜ ਸਦੀਆਂ ਤੋਂ ਵੱਖ-ਵੱਖ ਨਾ ਬਰਾਬਰੀਆਂ ਨਾਲ ਭਰਪੂਰ ਰਿਹਾ ਹੈ। ਭਾਵ ਕਿ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਸਾਰੇ ਵਿਅਕਤੀਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਸੀ। ਇਸੇ ਲਈ ਸੰਵਿਧਾਨ ਦੇ ਨਿਰਮਾਤਿਆਂ ਨੇ ਸਮਾਨਤਾ ਦੇ ਅਧਿਕਾਰ ਨੂੰ ਪਹਿਲ ਦਿੱਤੀ। ਬਾਕੀ ਦੇਖੋ ਸੰਵਿਧਾਨ ਜਿਹੜੇ ਜਿਨ੍ਹਾਂ ਨੇ ਨਿਰਮਾਣ ਕੀਤਾ, ਉਹਨਾਂ ਨੇ ਜਿਹੜਾ ਸਮਾਨਤਾ ਦਾ ਅਧਿਕਾਰ ਆ, ਸਭ ਤੋਂ ਪਹਿਲਾਂ ਉਸ ਨੂੰ ਪਹਿਲ ਦਿੱਤੀ ਕਿ ਸਾਰਿਆਂ ਨੂੰ ਸਮਾਨਤਾ ਦੇ ਬਰਾਬਰ ਦੇ ਅਧਿਕਾਰ ਮਿਲਣਗੇ। ਦੇਖੋ ਭਾਰਤੀ ਨਾਗਰਿਕਾਂ ਨੂੰ ਇਸ ਅਧਿਕਾਰ ਰਾਹੀਂ ਹੇਠ ਲਿਖੀਆਂ ਗੱਲਾਂ ਵਿੱਚ ਸਮਾਨਤਾ ਪ੍ਰਾਪਤ ਹੈ। ਮਤਲਬ ਕਿ ਜਿਹੜੇ ਸਮਾਨਤਾ ਦਾ ਅਧਿਕਾਰ ਸੰਵਿਧਾਨ ਵਿੱਚ ਦਿੱਤਾ ਗਿਆ ਹੈ, ਕਿਹੜੇ ਅਧਿਕਾਰਾਂ ਵਿੱਚ ਉਹਨਾਂ ਨੂੰ ਸਮਾਨਤਾ ਪ੍ਰਾਪਤ ਹੈ। ਸਭ ਤੋਂ ਪਹਿਲਾਂ ਦੇਖੋ, ਕਾਨੂੰਨ ਦੇ ਸਾਹਮਣੇ ਬਰਾਬਰੀ। ਕਾਨੂੰਨ ਦੀ ਨਜ਼ਰ ਵਿੱਚ ਸਾਰੇ ਨਾਗਰਿਕ ਇੱਕ ਸਮਾਨ ਹੈ। ਮਤਲਬ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਨਾਗਰਿਕ ਬਰਾਬਰ ਹੈ। ਦੇਖੋ ਧਰਮ, ਨਸਲ, ਜਾਤ ਅਤੇ ਲਿੰਗ ਦੇ ਆਧਾਰ ਉੱਤੇ ਉਹਨਾਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਮਤਲਬ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਰੁਜ਼ਗਾਰ ਜਾਂ ਸਰਕਾਰੀ ਅਹੁਦਾ ਦਿੰਦੇ ਸਮੇਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ। ਮਤਲਬ ਕੋਈ ਵੀ ਰੁਜ਼ਗਾਰ ਦੇਣਾ ਕਿਸੇ ਨੂੰ ਜਾਂ ਕਿਸੇ ਨੂੰ ਸਰਕਾਰੀ ਨੌਕਰੀ ਦੇਣੀ ਆ, ਅਤੇ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਦੇ ਮੌਕੇ ਦਿੱਤੇ ਜਾਣਗੇ। ਇਸ ਤਰ੍ਹਾਂ ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਹੋਣਗੇ। ਅੱਗੇ ਨੈਕਸਟ ਪੁਆਇੰਟ ਹੈ, ਭੇਦਭਾਵ ਉੱਤੇ ਰੋਕ। ਦੇਖੋ ਸਰਕਾਰ ਜਨਮ ਸਥਾਨ, ਧਰਮ, ਜਾਤ, ਲਿੰਗ ਆਦਿ ਦੇ ਆਧਾਰ ਉੱਤੇ ਕਿਸੇ ਨਾਲ ਭੇਦਭਾਵ ਨਹੀਂ ਕਰੇਗੀ। ਮਤਲਬ ਕਿ ਸਰਕਾਰ ਇਹ ਭੇਦਭਾਵ ਨਹੀਂ ਕਰੇਗੀ ਕਿ ਕੋਈ ਕਿਸ ਧਰਮ ਦਾ ਹੈ, ਕੋਈ ਕਿਸ ਜਾਤ ਦਾ ਹੈ। ਦੇਖੋ ਸਰਕਾਰੀ ਮਦਦ ਨਾਲ ਬਣਾਏ ਗਏ ਖੂਹਾਂ, ਤਲਾਬਾਂ, ਇਸ਼ਨਾਨ ਘਰਾਂ ਅਤੇ ਸੈਰਗਾਹਾਂ ਉੱਤੇ ਬਿਨਾਂ ਕਿਸੇ ਭੇਦਭਾਵ ਦੇ ਨਾਗਰਿਕਾਂ ਨੂੰ ਜਾਣ ਦੀ ਆਜ਼ਾਦੀ ਹੋਵੇਗੀ। ਕਹਿਣ ਦਾ ਭਾਵ ਕਿ ਜਿਹੜੇ ਸਰਕਾਰ ਵੱਲੋਂ ਕੋਈ ਚੀਜ਼ਾਂ ਬਣਾਈਆਂ ਗਈਆਂ, ਖੂਹ, ਤਲਾਬ, ਇਸ਼ਨਾਨ ਘਰ, ਜਿੱਥੇ ਵੀ ਕੋਈ ਘੁੰਮਣ ਦੀ ਜਗ੍ਹਾ ਹੈ, ਮਤਲਬ ਕਿ ਇਹ ਨਹੀਂ ਸਿਰਫ ਕਿ ਉੱਚ ਜਾਤੀ ਦੇ ਲੋਕ ਜਾਣਗੇ, ਮਤਲਬ ਕਿ ਹਰੇਕ ਜਾਤੀ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਜਾਣ ਦੀ ਆਜ਼ਾਦੀ ਹੋਵੇਗੀ। ਅੱਗੇ ਨੈਕਸਟ ਪੁਆਇੰਟ ਹੈ, ਅਵਸਰ ਦੀ ਸਮਾਨਤਾ। ਅਵਸਰ ਦਾ ਭਾਵ ਕਿ ਮੌਕੇ, ਮਤਲਬ ਕਿ ਸਾਰੇ ਲੋਕਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ। ਦੇਖੋ ਰਾਜ ਦੇ ਅਧੀਨ ਰੁਜ਼ਗਾਰ ਜਾਂ ਅਹੁਦਿਆਂ ਉੱਤੇ ਨਿਯੁਕਤੀ ਦੇ ਲਈ ਸਭ ਨਾਗਰਿਕਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ। ਮਤਲਬ ਕਿ ਇਹ ਨਹੀਂ ਕਿ ਕਿਸੇ ਉੱਚ ਜਾਤੀ ਨੂੰ ਹੀ ਅਹੁਦਾ ਦੇਣਾ ਵਾ, ਕਿਸੇ ਨੀਵੀਂ ਜਾਤੀ ਨੂੰ ਨਹੀਂ ਦੇਣਾ। ਮਤਲਬ ਕਿ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ, ਰੰਗ, ਜਾਤੀ, ਧਰਮ, ਸਥਾਨ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਜਾਵੇਗੀ। ਅੱਗੇ ਨੈਕਸਟ ਪੁਆਇੰਟ ਹੈ, ਛੂਆ-ਛੂਤ ਉੱਤੇ ਰੋਕ। ਦੇਖੋ ਛੂਆ-ਛੂਤ ਕੀ ਹੁੰਦੀ ਆ? ਮਤਲਬ ਕਿ ਕੁਛ ਜਾਤੀਆਂ ਜਾਂ ਕੁਛ ਲੋਕ ਐਸੇ ਹੁੰਦੇ ਸੀ ਕਿ ਜਿਨ੍ਹਾਂ ਦੇ ਛੂਹਣ ਨਾਲ ਉੱਚ ਜਾਤੀ ਦੇ ਲੋਕ ਅਸ਼ੁੱਧ ਹੋ ਜਾਂਦੇ ਸੀ। ਮਤਲਬ ਕਿ ਉਹਨਾਂ ਨੂੰ
ਇਸੇ ਉੱਚ ਜਾਤੀ ਦੇ ਲੋਕਾਂ ਨੂੰ ਛੂਹਣ ਦੀ ਮਨਾਹੀ ਹੁੰਦੀ ਸੀ ਅਤੇ ਉਹਨਾਂ ਨੂੰ ਮੰਦਰਾਂ ਮਸਜਿਦਾਂ 'ਤੇ ਵੀ ਜਾਣ ਦੀ ਮਨਾਹੀ ਹੁੰਦੀ ਸੀ। ਛੂਆ-ਛੂਤ ਦੀ ਇਸ ਬਿਮਾਰੀ ਕਰਕੇ ਇਹਨਾਂ ਲੋਕਾਂ ਦੀ ਸਮਾਜ ਵਿੱਚ ਹਾਲਤ ਬਹੁਤ ਮਾੜੀ ਹੋ ਗਈ ਸੀ। ਪਰ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਭਾਰਤੀ ਸੰਵਿਧਾਨ ਵਿੱਚ ਛੂਆ-ਛੂਤ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਦੀਆਂ ਤੋਂ ਚੱਲੀ ਆ ਰਹੀ ਛੂਆ-ਛੂਤ ਦੀ ਭੈੜੀ ਬਿਮਾਰੀ ਨੂੰ ਖਤਮ ਕਰ ਦਿੱਤਾ ਗਿਆ ਹੈ। ਅੱਗੇ ਨੈਕਸਟ ਪੁਆਇੰਟ ਹੈ ਉਪਾਧੀਆਂ ਅਤੇ ਖਿਤਾਬਾਂ ਦੀ ਸਮਾਪਤੀ। ਦੇਖੋ, ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ ਅਤੇ ਰਾਜ ਕਿਸੇ ਨੂੰ ਵੀ ਕੋਈ ਵੀ ਉਪਾਧੀ ਅਤੇ ਖਿਤਾਬ ਦੇ ਦਿੰਦਾ ਸੀ। ਪਰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸੰਵਿਧਾਨ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਸੈਨਿਕ ਅਤੇ ਵਿੱਦਿਅਕ ਉਪਾਧੀਆਂ ਤੋਂ ਇਲਾਵਾ ਰਾਜ ਕੋਈ ਹੋਰ ਉਪਾਧੀ ਨਹੀਂ ਦੇਵੇਗਾ। ਮਤਲਬ ਕਿ ਬਾਕੀ ਜਿੰਨੀਆਂ ਵੀ ਸਾਰੀਆਂ ਉਪਾਧੀਆਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਸਿਰਫ ਸੈਨਿਕ ਅਤੇ ਵਿੱਦਿਅਕ ਉਪਾਧੀਆਂ ਹੀ ਦਿੱਤੀਆਂ ਜਾਣਗੀਆਂ। ਅੱਜ ਅਸੀਂ ਆਪਣੇ ਨਾਗਰਿਕ ਸ਼ਾਸਤਰ ਦੇ ਲੈਸਨ 10 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਪੜ੍ਹਿਆ ਅਤੇ ਇਸ 'ਤੇ ਵੈਰੀ ਸ਼ੋਰਟ ਕੁਐਸਚਨ ਆਨਸਰ ਅਤੇ ਕੁਛ ਸ਼ੋਰਟ ਕੁਐਸਚਨ ਆਨਸਰ ਕੀਤੇ। ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਅਤੇ ਸਮਝਣਾ ਹੈ ਅਤੇ ਆਪਣਾ ਜਿਹੜਾ ਪੈਂਡਿੰਗ ਕੰਮ ਹੈ ਉਸ ਨੂੰ ਵੀ ਕੰਪਲੀਟ ਕਰਨਾ ਹੈ। ਥੈਂਕਸ ਐਂਡ ਹੈਵ ਏ ਨਾਈਸ ਡੇ।